ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਏ ਮਨਦੀਪ ਕੌਰ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਸੱਤਾ ਬਲਵੰਡ ਅਤੇ ਲੱਦਾ ਦੀ ਸਾਖੀ ਬਾਰੇ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਦੋ ਡੂਮ ਭਾਈ ਬਲਵੰਡ ਤੇ ਸੱਤਾ ਕੀਰਤਨ ਕਰਦੇ ਹੁੰਦੇ ਸਨ। ਇਹਨਾਂ ਦੀ ਇੱਕ ਭੈਣ ਸੀ। ਇਹਨਾਂ ਨੇ ਉਸ ਦਾ ਵਿਆਹ ਕਰਨ ਵਾਸਤੇ ਗੁਰੂ ਜੀ ਤੋਂ ਸਹਾਇਤਾ ਮੰਗੀ। ਗੁਰੂ ਜੀ ਨੇ ਕਿਹਾ, ਕੱਲ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਜੋ ਭੇਟਾ ਆਵੇ ਉਹ ਤੁਸਾਂ ਲੈ ਲੈਣੀ। ਦੂਸਰੇ ਦਿਨ ਜਦ ਇਹਨਾਂ ਦੋਹਾਂ ਭਾਈਆਂ ਨੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਭੇਟਾ ਦੀ ਮਾਇਆ ਗਿਣੀ ਤਾਂ ਇਹ ਕੇਵਲ 100 ਦਮੜਾ ਹੋਈ। ਇਹ ਰੋਜ਼ ਦੀ ਚੜ੍ਹਤ ਨਾਲੋਂ ਬਹੁਤ ਘੱਟ ਸੀ। ਇਹ ਮਾਇਆ ਲੈਣ ਤੋਂ ਸੱਤਾ ਤੇ ਬਲਵੰਡ ਨੇ ਨਾਂਹ ਕਰ ਦਿੱਤੀ ਅਤੇ ਗੁੱਸੇ ਨਾਲ ਆਖਿਆ ਕਿ ਤੁਸਾਂ ਸਾਡੇ ਨਾਲ ਮਸ਼ਕਰੀ ਕੀਤੀ ਹੈ, ਅਸੀਂ ਇਹ ਥੋੜ੍ਹੇ ਜਿਹੇ ਪੈਸੇ ਨਹੀਂ ਲੈਣੇ। ਗੁਰੂ ਜੀ ਨੇ ਧੀਰਜ ਦਿੱਤੀ ਅਤੇ ਆਖਿਆ ਕਿ ਸ਼ਾਂਤੀ ਰੱਖੋ, ਇਹ 100 ਰੁਪਇਆ ਲੈ ਜਾਓ, ਹੋਰ ਵੀ ਮਿਲ ਜਾਏਗਾ। ਤਦ ਸੱਤਾ ਬਲਵੰਡ 100 ਰੁਪਇਆ ਲੈ ਕੇ ਘਰ ਨੂੰ ਚਲੇ ਗਏ ਤੇ ਦੂਸਰੇ ਦਿਨ ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਨੂੰ ਸੱਦਣ ਵਾਸਤੇ ਉਹਨਾਂ ਦੇ ਘਰ ਭੇਜਿਆ, ਪਰ ਸੱਤੇ ਬਲਵੰਡ ਨੇ ਕਿਹਾ ਕਿ ਗੁਰੂ ਪਾਸ ਜਾ ਕੇ ਅਸਾਂ ਕੀ ਲੈਣਾ ਹੈ, ਸਾਡੇ ਕੀਰਤਨ ਕਰਕੇ ਹੀ ਤਾਂ ਗੁਰੂ ਜੀ ਨੂੰ ਸਿੱਖ ਅਨੇਕ ਪ੍ਰਕਾਰ ਦੀ ਭੇਟਾ ਅਰਪਣ ਕਰਦੇ ਅਤੇ ਗੁਰੂ ਗੁਰੂ ਕਹਿੰਦੇ ਹਨ। ਅਸੀਂ ਹੀ ਗੁਰਗੱਦੀ ਦੇ ਮੂਲ ਹਾਂ। ਜੇ ਅਸੀਂ ਗੁਰੂ ਦਰਬਾਰ ਨਾ ਜਾਈਏ ਤਾਂ ਸਾਰੇ ਸਿੱਖ ਉਹਨਾਂ ਵੱਲੋਂ ਉਲਟ ਹੋ ਜਾਣ, ਫਿਰ ਧਨ ਕੌਣ ਭੇਟਾ ਕਰੇਗਾ। ਭਾਵੇਂ ਸਿੱਖ ਨੇ ਬਹੁਤ ਸਮਝਾਇਆ ਕਿ ਤੁਹਾਡੀ ਸ਼ੋਭਾ ਤੇ ਮਾਣ ਵਡਿਆਈ ਗੁਰੂ ਜੀ ਨਾਲ ਹੀ ਹੈ, ਚਲੋ ਕੀਰਤਨ ਕਰੋ, ਪਰ ਉਹ ਹੰਕਾਰੀ ਇੱਕ ਨਾ ਮੰਨੇ। ਸਿੱਖ ਨੇ ਆਣ ਕੇ ਗੁਰੂ ਜੀ ਨੂੰ ਦੱਸਿਆ ਕਿ ਉਹ ਬੋਲ ਕਬੋਲ ਕਰਦੇ ਹਨ ਤੇ ਦਰਬਾਰ ਵਿੱਚ ਆਉਣ ਤੋਂ ਇਨਕਾਰੀ ਹਨ। ਤਦ ਗੁਰੂ ਜੀ ਨੇ ਇੱਕ ਹੋਰ ਸਿੱਖ ਭੇਜਿਆ ਕਿ ਆਣ ਕੇ ਕੀਰਤਨ ਕਰੋ, ਮਾਇਆ ਜਿੰਨੀ ਚਾਹੋ ਹੋਰ ਮਿਲ ਜਾਵੇਗੀ। ਪਰ ਉਹਨਾਂ ਹੰਕਾਰੀਆਂ ਰਬਾਬੀਆਂ ਨੇ ਫਿਰ ਇਹੀ ਕਿਹਾ ਕਿ ਅਸੀਂ ਘਰ ਹੀ ਰਹਾਂਗੇ, ਗੁਰੂ ਪਾਸ ਜਾ ਕੇ ਅਸਾਂ ਕੁਛ ਨਹੀਂ ਲੈਣਾ, ਹੁਣ ਸਾਡਾ ਗੁਰੂ ਨਾਲ ਮੇਲ ਨਹੀਂ ਹੋ ਸਕਦਾ। ਜਦ ਸਿੱਖ ਨੇ ਆਣ ਕੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਗੁਰੂ ਜੀ ਆਪ ਉਹਨਾਂ ਦੇ ਘਰ ਉਹਨਾਂ ਨੂੰ ਲੈਣ ਚਲੇ ਗਏ। ਗੁਰੂ ਜੀ ਨੇ ਵੇਖ ਕੇ ਉਹ ਹੰਕਾਰੀ ਬੈਠੇ ਹੀ ਰਹੇ, ਉੱਠ ਕੇ ਆਦਰ ਨਾ ਕੀਤਾ, ਪਰ ਸ਼ਾਂਤ ਰੂਪ ਗੁਰੂ ਜੀ ਨੇ ਕਿਹਾ, ਚੱਲੋ ਗੁਰੂ ਨਾਨਕ ਜੀ ਉੱਤੇ ਸ਼ਰਧਾ ਧਾਰ ਕੇ ਕੀਰਤਨ ਕਰੋ, ਬਹੁਤ ਧਨ ਆਵੇਗਾ। ਪਰ ਉਹਨਾਂ ਨੇ ਫਿਰ ਆਉਣ ਤੋਂ ਨਾਂਹ ਕਰ ਦਿੱਤੀ ਅਤੇ ਸਗੋਂ ਕਿਹਾ, ਗੁਰੂ ਨਾਨਕ ਜੀ, ਗੁਰੂ ਅੰਗਦ ਜੀ, ਗੁਰੂ ਅਮਰਦਾਸ ਜੀ ਅਤੇ ਤੁਹਾਡੇ ਪਿਤਾ ਜੀ ਨੂੰ ਵੀ ਰਾਗੀ ਹੀ ਉਜਾਗਰ ਕਰਦੇ ਰਹੇ ਹਨ। ਸਾਡੇ ਰਾਗ ਨੂੰ ਸੁਣ ਕੇ ਹੀ ਲੋਕ ਦਰਬਾਰ ਵਿੱਚ ਆਉਂਦੇ ਤੇ ਭੇਟਾ ਅਰਪਣ ਕਰਦੇ ਹਨ। ਤੁਸਾਂ ਸਾਡਾ ਕੋਈ ਗੁਣ ਨਹੀਂ ਜਾਣਿਆ। ਹੁਣ ਜੇ ਸਦਾ ਵਾਸਤੇ ਰੋਜ਼ ਦੀ ਅੱਧੀ ਭੇਟਾ ਸਾਨੂੰ ਦੇਣੀ ਕਰੋਗੇ ਤਾਂ ਅਸੀਂ ਜਾਵਾਂਗੇ, ਨਹੀਂ ਤਾਂ ਨਹੀਂ ਜਾਵਾਂਗੇ। ਸ਼੍ਰੀ ਗੁਰੂ ਜੀ ਨੇ ਜਦ ਵੱਡੇ ਗੁਰੂ ਸਾਹਿਬਾਂ ਦੀ ਸੱਤੇ ਬਲਵੰਡ ਪਾਸੋਂ ਨਿੰਦਿਆ ਸੁਣੀ ਤਾਂ ਆਪ ਜੀ ਨੇ ਕਿਹਾ, ਤੁਸਾਂ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਹੈ, ਤੁਹਾਡਾ ਸਰੀਰ ਫਿੱਟ ਜਾਏਗਾ, ਤੁਸੀਂ ਰੋਗ ਨਾਲ ਨਿਕਾਰੇ ਹੋ ਜਾਓਗੇ। ਇਹ ਬਚਨ ਕਰਕੇ ਗੁਰੂ ਜੀ ਥੜੇ ਸਾਹਿਬ ਵਾਪਸ ਆ ਗਏ ਅਤੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਤੁਸੀਂ ਕੀਰਤਨ ਕਰੋ। ਸਿੱਖ ਦੁਤਾਰਾ ਤੇ ਰਬਾਬਾਂ ਲੈ ਕੇ ਕੀਰਤਨ ਕਰਨ ਲੱਗ ਪਏ, ਜਿਸ ਨੂੰ ਸੁਣ ਕੇ ਸੰਗਤ ਬਹੁਤ ਪ੍ਰਸੰਨ ਹੋ ਗਈ। ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ, ਤੁਸਾਂ ਬਚਨ ਮੰਨ ਕੇ ਕੀਰਤਨ ਕੀਤਾ ਹੈ, ਇਹ ਰਾਗ ਵਿਦਿਆ ਹੁਣ ਸਿੱਖਾਂ ਵਿੱਚ ਆ ਗਈ ਹੈ, ਇਹ ਡੂਮ ਪਛਤਾਉਣਗੇ। ਘਰ ਘਰ ਸ਼ਬਦ ਪੜ੍ਹਦੇ ਤੁਰੇ ਫਿਰਨਗੇ, ਤ੍ਰਿਪਤੀ ਨਹੀਂ ਹੋਵੇਗੀ। ਕੋਈ ਸਾਡਾ ਸਿੱਖ ਇਹਨਾਂ ਹੰਕਾਰੀਆਂ ਨੂੰ ਮੂੰਹ ਨਾ ਲਾਵੇ ਅਤੇ ਜਿਹੜਾ ਇਹਨਾਂ ਦੀ ਸਾਡੇ ਪਾਸ ਸਿਫਾਰਿਸ਼ ਕਰੇਗਾ ਉਸਦਾ ਮੂੰਹ ਕਾਲਾ ਕਰਕੇ ਖੋਤੇ ਉੱਤੇ ਚਾੜ ਕੇ ਪਿੱਛੋਂ ਢੋਲ ਵਜਾ ਕੇ ਉਸਨੂੰ ਦੰਡ ਦਿੱਤਾ ਜਾਵੇਗਾ। ਆਪ ਜੀ ਦੇ ਇਹ ਬਚਨ ਸੁਣ ਕੇ ਜਦ ਕੋਈ ਵੀ ਸਿੱਖ ਉਹਨਾਂ ਦੇ ਮੱਥੇ ਨਾ ਲੱਗਦਾ ਅਤੇ ਥੋੜ੍ਹੇ ਦਿਨ ਉਹਨਾਂ ਨੂੰ ਕੋਹੜ ਰੋਗ ਵੀ ਹੋ ਗਿਆ ਤਾਂ ਉਹ ਬਹੁਤ ਦੁਖੀ ਹੋ ਕੇ ਸਿੱਖਾਂ ਦੇ ਪਾਸ ਬੇਨਤੀਆਂ ਕਰਨ ਲੱਗੇ ਕਿ ਗੁਰੂ ਜੀ ਪਾਸੋਂ ਸਾਡੀ ਭੁੱਲ ਬਖਸ਼ਾ ਦਿਓ। ਪਰ ਗੁਰੂ ਜੀ ਦੇ ਸਰਾਪ ਤੋਂ ਡਰਦਾ ਕੋਈ ਵੀ ਉਹਨਾਂ ਦੀ ਸਿਫਾਰਿਸ਼ ਨਾ ਕਰਦਾ। ਇੱਕ ਦਿਨ ਸੱਤੇ ਬਲਵੰਡ ਨੇ ਵਿਚਾਰਿਆ ਕਿ ਲਾਹੌਰ ਵਿੱਚ ਇੱਕ ਸਿੱਖ ਭਾਈ ਲੱਦਾ ਰਹਿੰਦਾ ਹੈ, ਬੜਾ ਪਰਉਪਕਾਰੀ ਹੈ, ਉਸ ਪਾਸ ਜਾ ਕੇ ਬੇਨਤੀ ਕਰੀਏ, ਉਹ ਸਾਨੂੰ ਗੁਰੂ ਜੀ ਪਾਸੋਂ ਬਖਸ਼ਾਏਗਾ। ਇਹ ਵਿਚਾਰ ਕਰਕੇ ਉਹ ਭਾਈ ਲੱਦੇ ਪਾਸ ਲਾਹੌਰ ਚਲੇ ਗਏ। ਭਾਈ ਜੀ ਪਾਸ ਇਹਨਾਂ ਨੇ ਬੜੀ ਦੀਨ ਹੋ ਕੇ ਬੇਨਤੀ ਕੀਤੀ, ਆਪ ਬੜੇ ਪਰਉਪਕਾਰੀ ਹੋ, ਅਸੀਂ ਆਪ ਜੀ ਦੀ ਸ਼ਰਨ ਆਏ ਹਾਂ, ਸਾਨੂੰ ਗੁਰੂ ਜੀ ਪਾਸੋਂ ਬਖਸ਼ਾ ਦਿਓ। ਭਾਈ ਲੱਦੇ ਜੀ ਨੇ ਉਹਨਾਂ ਦੇ ਤਰਲੇ ਮਿੰਨਤਾਂ ਸੁਣ ਕੇ ਆਪਣਾ ਮੂੰਹ ਕਾਲਾ
ਕਰ ਲਿਆ ਅਤੇ ਖੋਤੇ ਉੱਤੇ ਚੜ੍ਹ ਕੇ ਪਿੱਛੇ ਢੋਲਚੀ ਲਾ ਲਿਆ ਅਤੇ ਗੁਰੂ ਜੀ ਪਾਸ ਸਿਫਾਰਿਸ਼ ਕਰਨ ਵਾਸਤੇ ਸੱਤੇ ਬਲਵੰਡ ਨਾਲ ਤੁਰ ਪਏ। ਅੰਮ੍ਰਿਤਸਰ ਸ਼ਹਿਰ ਪਹੁੰਚ ਕੇ ਪਹਿਲਾਂ ਭਾਈ ਜੀ ਗਲੀਆਂ ਵਿੱਚ ਫਿਰੇ ਤੇ ਫਿਰ ਗੁਰੂ ਜੀ ਪਾਸ ਥੜੇ ਸਾਹਿਬ ਜਾ ਕੇ ਹਾਜ਼ਰ ਹੋਏ। ਜਦ ਇਸ ਦਸ਼ਾ ਵਿੱਚ ਭਾਈ ਲੱਦਾ ਗੁਰੂ ਜੀ ਪਾਸ ਸਰੋਵਰ ਕਿਨਾਰੇ ਥੜੇ ਸਾਹਿਬ ਆ ਰਹੇ ਸਨ ਤਾਂ ਬਹੁਤ ਲੋਕਾਂ ਦੀ ਭੀੜ ਆਪ ਦੇ ਨਾਲ ਸੀ। ਐਨੀ ਭੀੜ ਤੇ ਢੋਲ ਵੱਜਦੇ ਨੂੰ ਵੇਖ ਕੇ ਗੁਰੂ ਜੀ ਨੇ ਪੁੱਛਿਆ, ਇਹ ਕੌਣ ਆ ਰਿਹਾ ਹੈ? ਸਿੱਖਾਂ ਨੇ ਦੱਸਿਆ, ਮਹਾਰਾਜ ਇਹ ਭਾਈ ਲੱਦਾ ਪਰਉਪਕਾਰੀ ਲਾਹੌਰ ਤੋਂ ਇਹ ਭੇਖ ਬਣਾ ਕੇ ਸੱਤੇ ਬਲਵੰਡ ਨੂੰ ਬਖਸ਼ਾਉਣ ਵਾਸਤੇ ਆ ਰਿਹਾ ਹੈ। ਐਨੇ ਨੂੰ ਭਾਈ ਲੱਦਾ ਜੀ ਨੇ ਗੁਰੂ ਜੀ ਪਾਸ ਆਣ ਕੇ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਤੇ ਦੂਰੋਂ ਹੀ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪ ਦਿਆਲੂ, ਕਿਰਪਾਲੂ, ਨਿਰਵੈਰ ਪ੍ਰਭੂ ਰੂਪ ਹੋ, ਕਿਰਪਾ ਕਰਕੇ ਇਹਨਾਂ ਰਬਾਬੀ ਭਾਈਆਂ ਦੀ ਭੁੱਲ ਬਖਸ਼ ਦਿਓ। ਭਾਈ ਲੱਦਾ ਜੀ ਦੀ ਪਰਉਪਕਾਰਤਾ ਵਾਲੀ ਬੇਨਤੀ ਸੁਣ ਕੇ ਪਰਉਪਕਾਰ ਵਾਸਤੇ ਉਸਦੀ ਕਰਨੀ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋ ਗਏ ਅਤੇ ਕਿਹਾ ਕਿ ਸੱਤੇ ਬਲਵੰਡ ਨੂੰ ਬੁਲਾ ਲਵੋ। ਸੱਤੇ ਬਲਵੰਡ ਨੇ ਹਾਜ਼ਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੀ ਭੁੱਲ ਦੀ ਮਾਫੀ ਮੰਗੀ। ਗੁਰੂ ਜੀ ਨੇ ਕਿਹਾ, ਤੁਹਾਨੂੰ ਭਾਈ ਲੱਦੇ ਦੇ ਪਰਉਪਕਾਰ ਕਰਕੇ ਅਸਾਂ ਬਖਸ਼ ਦਿੱਤਾ ਹੈ, ਫਿਰ ਹੰਕਾਰ ਨਾ ਕਰਨਾ। ਉਪਰੰਤ ਭਾਈ ਲੱਦਾ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਦੇ ਸਰੀਰ ਵੀ ਅਰੋਗ ਕਰ ਦਿਓ, ਜਿਸ ਨਾਲ ਇਹ ਆਪ ਜੀ ਦੇ ਦਰਬਾਰ ਵਿੱਚ ਬੈਠ ਕੇ ਕੀਰਤਨ ਕਰਨ ਦੇ ਯੋਗ ਹੋ ਜਾਣ। ਗੁਰੂ ਜੀ ਨੇ ਕਿਹਾ, ਜਿਸ ਮੂੰਹ ਨਾਲ ਇਹਨਾਂ ਗੁਰੂਆਂ ਦੀ ਨਿੰਦਾ ਕੀਤੀ ਸੀ ਉਸੇ ਨਾਲ ਹੁਣ ਉਸਤਤੀ ਕਰਨਗੇ ਤਾਂ ਇਹਨਾਂ ਦੇ ਸਰੀਰ ਅਰੋਗ ਹੋ ਜਾਣਗੇ। ਤਦ ਭਾਈ ਲੱਦਾ ਜੀ ਨੇ ਇਹਨਾਂ ਦੋਹਾਂ ਭਾਈਆਂ ਨੂੰ ਆਖਿਆ ਕਿ ਦੁੱਖ ਭੰਜਨੀ ਸਾਹਿਬ ਇਸ਼ਨਾਨ ਕਰੋ ਤੇ ਨਿਰਹੰਕਾਰ ਹੋ ਕੇ ਸਾਹਿਬਾਂ ਦੀ ਉਸਤਤੀ ਕਰੋ। ਜਦ ਉਹਨਾਂ ਭਾਈਆਂ ਨੇ ਪਹਿਲਾਂ ਦੁੱਖ ਭੰਜਨੀ ਵਿਖੇ ਇਸ਼ਨਾਨ ਕੀਤਾ ਅਤੇ ਫਿਰ ਗੁਰੂ ਸਾਹਿਬ ਜੀ ਦੇ ਸਨਮੁਖ ਨਿਮਰ ਖੜੇ ਹੋ ਕੇ ਰਾਗ ਰਾਮਕਲੀ ਵਿੱਚ ਇੱਕ ਵਾਰ ਦੁਆਰਾ ਪੰਜਾਂ ਗੁਰੂ ਸਾਹਿਬਾਂ ਦੀ ਉਸਤਤੀ ਗਾਇਨ ਕੀਤੀ। ਗੁਰੂ ਜੀ ਇਹ ਵਾਰ ਸੁਣ ਕੇ ਪ੍ਰਸੰਨ ਹੋ ਗਏ। ਸੱਤਾ ਤੇ ਬਲਵੰਡ ਗੁਰੂ ਜੀ ਦੀ ਕਿਰਪਾ ਨਾਲ ਅਰੋਗ ਹੋ ਕੇ ਫਿਰ ਸੰਗਤ ਵਿੱਚ ਕੀਰਤਨ ਕਰਨ ਲੱਗ ਪਏ ਤੇ ਭਾਈ ਲੱਦਾ ਜੀ ਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਆਪਣੇ ਘਰ ਵਾਪਿਸ ਚਲਿਆ ਗਿਆ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀਆਂ ਲਿਖਣ ਸਮੇਂ ਇਹ ਸੱਤੇ ਬਲਵੰਡ ਦੀਆਂ 8 ਪੌੜੀਆਂ ਦੀ ਵਾਰਵੀ ਰਾਗ ਰਾਮਕਲੀ ਵਿੱਚ ਲਿਖਵਾ ਦਿੱਤੀ। ਇਹ ਪਰਉਪਕਾਰ ਕਰਕੇ ਜਦ ਭਾਈ ਲੱਦਾ ਵਾਪਿਸ ਲਾਹੌਰ ਗਿਆ ਤਾਂ ਸਿੱਖਾਂ ਨੇ ਪੁੱਛਿਆ, ਭਾਈ ਸਾਨੂੰ ਆਪਣਾ ਅੰਮ੍ਰਿਤਸਰ ਜਾ ਕੇ ਸੱਤੇ ਬਲਵੰਡ ਨੂੰ ਗੁਰੂ ਜੀ ਤੋਂ ਬਖਸ਼ਾਉਣ ਵਾਲਾ ਪ੍ਰਸੰਗ ਸੁਣਾਓ ਕਿ ਕਿਸ ਤਰ੍ਹਾਂ ਹੋਇਆ। ਭਾਈ ਲੱਦੇ ਨੇ ਸ੍ਰੀ ਗੁਰੂ ਜੀ ਦੀ ਬਹੁਤ ਮਹਿਮਾ ਕਰਕੇ ਦੱਸਿਆ। ਆਪ ਜੀ ਨੇ ਬੜੇ ਪਰਉਪਕਾਰ ਕੀਤੇ ਹਨ। ਪਹਿਲਾਂ ਇਹ ਕਿ ਆਪ ਜੀ ਨੇ ਅੰਮ੍ਰਿਤ ਦਾ ਸਰੋਵਰ ਰਚਿਆ ਹੈ, ਜਿਸ ਵਿੱਚ ਇਸ਼ਨਾਨ ਕਰਕੇ ਜੀਵਾਂ ਦਾ ਪਾਪ ਦੂਰ ਹੁੰਦਾ ਹੈ। ਦੂਸਰਾ ਪਰਉਪਕਾਰ ਇਹ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਜੀ ਤੋਂ ਲੈ ਕੇ 4 ਗੁਰੂ ਸਾਹਿਬਾਂ ਦੀ ਬਾਣੀ ਇਕੱਤਰ ਕਰਕੇ ਅਤੇ ਆਪਣੀ ਬਾਣੀ ਰਚ ਕੇ ਇਸ ਇੱਕ ਗ੍ਰੰਥ ਤਿਆਰ ਕਰਨਾ ਚਾਹੁੰਦੇ ਹਨ, ਜਿਸ ਨੂੰ ਪੜ੍ਹ ਕੇ ਕਲਯੁਗ ਦੇ ਬੇਅੰਤ ਜੀਵਾਂ ਦਾ ਉਧਾਰ ਹੋਵੇਗਾ। ਇਸ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਲਿਖਵਾਉਣ ਵਾਸਤੇ ਭਗਤ ਜਨ ਨਿੱਤ ਹੀ ਗੁਰੂ ਜੀ ਪਾਸ ਆਣ ਕੇ ਬਾਣੀ ਰਚ ਕੇ ਦੱਸਦੇ ਹਨ। ਗੁਰੂ ਸਾਹਿਬ ਜੀ ਆਪਣੇ ਸਿਧਾਂਤ ਦੇ ਅਨੁਕੂਲ ਬਾਣੀ ਨੂੰ ਗੁਰੂ ਸਾਹਿਬਾਂ ਦੀ ਬਾਣੀ ਦੇ ਪਿੱਛੇ ਰਾਗਾਂ ਵਿੱਚ ਥਾਂ ਪਰ ਥਾਂ ਲਿਖਵਾ ਰਹੇ ਹਨ। ਲਾਹੌਰ ਵਿੱਚ ਉਸ ਸਮੇਂ 4 ਭਗਤ ਰਹਿੰਦੇ ਸਨ, ਇੱਕ ਕਾਨਾ, ਦੂਜਾ ਛੱਜੂ, ਤੀਜਾ ਸ਼ਾਹ ਹੁਸੈਨ ਤੇ ਚੌਥਾ ਪੀਲੋ। ਜਦ ਇਹਨਾਂ ਨੇ ਸੁਣਿਆ ਕਿ ਗੁਰੂ ਜੀ ਇੱਕ ਗ੍ਰੰਥ ਲਿਖ ਰਹੇ ਹਨ, ਜਿਸ ਵਿੱਚ ਭਗਤਾਂ ਦੀ ਬਾਣੀ ਵੀ ਲਿਖੀ ਜਾ ਰਹੀ ਹੈ, ਤਾਂ ਇਹਨਾਂ ਨੇ ਇਕੱਠੇ ਹੋ ਕੇ ਵਿਚਾਰਿਆ ਕਿ ਸਾਨੂੰ ਵੀ ਯਤਨ ਕਰਕੇ ਆਪਣੀ ਬਾਣੀ ਗੁਰੂ ਜੀ ਪਾਸੋਂ ਲਿਖਵਾਉਣੀ ਚਾਹੀਦੀ ਹੈ। ਇਹ ਸਲਾਹ ਕਰਕੇ ਦੂਸਰੇ ਦਿਨ ਚਾਰੇ ਹੀ ਮਿਲ ਕੇ ਅੰਮ੍ਰਿਤਸਰ ਨੂੰ ਚੱਲ ਪਏ ਤੇ ਇੱਕ ਰਾਤ ਰਸਤੇ ਵਿੱਚ ਠਹਿਰ ਕੇ ਅਗਲੇ ਦੇ ਭਲਕ ਗੁਰੂ ਜੀ ਦੇ ਦਰਬਾਰ ਵਿੱਚ ਆ ਗਏ। ਗੁਰੂ ਜੀ ਨੇ ਸਭ ਨੂੰ ਸਤਿਕਾਰ ਨਾਲ ਮਿਲ ਕੇ ਆਪਣੇ ਪਾਸ ਬਿਠਾ ਲਿਆ ਅਤੇ ਆਨੰਦ ਕੁਸ਼ਲਤਾ ਪੁੱਛੀ। ਉਪਰੰਤ ਜਦ ਗੁਰੂ ਜੀ ਨੇ ਉਹਨਾਂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਭਗਤ ਕਾਨਾ ਨੇ ਸਭ ਤੋਂ ਪਹਿਲਾਂ ਬੋਲ ਕੇ ਕਿਹਾ, ਮਹਾਰਾਜ ਆਪ ਜੀ ਨੇ ਉਹਨਾਂ ਭਗਤਾਂ ਦੀ ਬਾਣੀ ਤਾਂ ਆਪਣੇ ਗ੍ਰੰਥ ਵਿੱਚ ਲਿਖ ਲਈ ਹੈ, ਜਿਹੜੇ ਇਸ ਸਮੇਂ ਸੰਸਾਰ ਵਿੱਚ ਨਹੀਂ ਹਨ, ਪਰ ਅਸੀਂ ਜੋ ਤੁਹਾਡੇ ਪਾਸ ਜਿਉਂਦੇ ਜਾਗਦੇ ਹਾਂ, ਸਾਡੀ ਬਾਣੀ ਆਪ ਜੀ ਨੇ ਨਹੀਂ ਲਿਖੀ। ਆਪ ਕਿਰਪਾ ਕਰਕੇ ਸਾਡੀ ਬਾਣੀ ਵੀ ਆਪਣੇ ਗ੍ਰੰਥ ਵਿੱਚ ਲਿਖ ਲਵੋ। ਗੁਰੂ ਜੀ ਨੇ ਕਿਹਾ, ਤੁਸੀਂ ਆਪਣੀ ਬਾਣੀ ਸੁਣਾਓ, ਜੇ ਸਾਡੇ ਸਿਧਾਂਤ ਦੇ ਅਨੁਕੂਲ ਹੋਵੇਗੀ ਤਾਂ ਅਸੀਂ ਲਿਖ ਲਵਾਂਗੇ।
ਭਗਤ ਕਾਨਾ ਪਾਸੋਂ ਉਸ ਦੀ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ, ਇਹ ਸਿਧਾਂਤ ਸਾਨੂੰ ਪ੍ਰਵਾਨ ਨਹੀਂ ਹੈ। ਅਬ੍ਰਹਮ ਪੁਰਸ਼ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਅਤੇ ਮੂੰਹ ਤੋਂ ਆਖਣਾ ਚਾਹੀਦਾ ਹੈ ਕਿ ਮੈਂ ਦਾਸਾਂ ਦਾ ਦਾਸ ਹਾਂ, ਪਰੰਤੂ ਤੁਹਾਡਾ ਇਹ ਅਬ੍ਰਹਮ ਮਤ ਸਾਡੇ ਮਤ ਨਾਲ ਨਹੀਂ ਮਿਲਦਾ। ਇਸ ਵਾਸਤੇ ਅਸੀਂ ਇਸ ਨੂੰ ਆਪਣੇ ਗ੍ਰੰਥ ਵਿੱਚ ਨਹੀਂ ਲਿਖ ਸਕਦੇ। ਗੁਰੂ ਜੀ ਨੇ ਇਹ ਬਚਨ ਸੁਣ ਕੇ ਕਾਨਾ ਭਗਤ ਨੂੰ ਜਦ ਕੋਈ ਹੋਰ ਉੱਤਰ ਨਾ ਆਇਆ ਤਾਂ ਉਹ ਗੁੱਸੇ ਨਾਲ ਲਾਲ ਅੱਖਾਂ ਕਰਕੇ ਬੋਲਿਆ, ਤੁਸਾਂ ਸਭਾ ਵਿੱਚ ਮੇਰਾ ਨਿਰਾਦਰ ਕੀਤਾ ਹੈ, ਤੁਹਾਨੂੰ ਤੁਰਕਾਂ ਪਾਸੋਂ ਸਖਤ ਸਜ਼ਾ ਮਿਲੇਗੀ, ਜਿਸ ਨਾਲ ਤੁਹਾਡੇ ਪ੍ਰਾਣਾਂ ਦਾ ਨਾਸ਼ ਹੋ ਜਾਏਗਾ। ਉਸ ਦਾ ਇਹ ਸਰਾਪ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਜੇਕਰ ਅਸੀਂ ਇਸ ਦੇ ਉੱਤਰ ਵਿੱਚ ਇਸ ਨੂੰ ਸਰਾਪ ਨਾ ਦਿੱਤਾ ਤਾਂ ਇਹ ਹੰਕਾਰ ਨਾਲ ਆਫਰ ਜਾਏਗਾ ਅਤੇ ਇਹ ਸਾਰੇ ਭਗਤਾਂ ਨੂੰ ਆਪਣੇ ਤੋਂ ਨੀਵਾਂ ਸਮਝੇਗਾ। ਇਹ ਵਿਚਾਰ ਕਰਕੇ ਗੁਰੂ ਜੀ ਨੂੰ ਕਿਹਾ, ਤੂੰ ਵੀ ਲਾਹੌਰ ਵਾਪਿਸ ਨਹੀਂ ਪਹੁੰਚੇਗਾ, ਰਸਤੇ ਵਿੱਚ ਹੀ ਤੇਰੀ ਅਵਗਤ ਮੌਤ ਹੋਵੇਗੀ। ਕਾਨੇ ਨੇ ਕਿਹਾ, ਮੇਰੀ 500 ਸਾਲ ਉਮਰ ਹੈ, ਮੈਨੂੰ ਕੋਈ ਵਿਘਨ ਛੂ ਨਹੀਂ ਸਕਦਾ, ਕਿਉਂਕਿ ਮੈਂ ਸਦਾ ਯੋਗ ਅਭਿਆਸ ਕਰਦਾ ਰਹਿੰਦਾ ਹਾਂ। ਤੁਹਾਡਾ ਸਰਾਪ ਨਿਸਫਲ ਹੋ ਜਾਏਗਾ। ਗੁਰੂ ਜੀ ਨੇ ਕਿਹਾ, ਜਿਸ ਦੇ ਰੂਪੀ ਮਨ ਵਿੱਚ ਤੂੰ ਬੈਠਾ ਹੰਕਾਰ ਕਰ ਰਿਹਾ ਹੈ, ਉਹ ਜਦ ਨਹੀਂ ਰਹੇਗੀ ਤਾਂ ਫਿਰ ਪ੍ਰਾਣ ਤੇਰੇ ਕਿੱਥੇ ਰਹਿਣਗੇ। ਹੁਣ ਤੂੰ ਜਿਉਣ ਦੀ ਆਸ ਨਾ ਰੱਖ। ਫਿਰ ਗੁਰੂ ਜੀ ਨੇ ਪੀਲੋ ਭਗਤ ਵੱਲ ਵੇਖ ਕੇ ਕਿਹਾ, ਭਗਤ ਜੀ, ਤੁਸੀਂ ਵੀ ਆਪਣਾ ਮਤ ਸਾਨੂੰ ਦੱਸੋ। ਪੀਲੂ ਦਾ ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਕਿਹਾ, ਤੁਹਾਡਾ ਸਿਧਾਂਤ ਵੀ ਸਾਡੇ ਮਤ ਨਾਲ ਨਹੀਂ ਮਿਲਦਾ, ਕਿਉਂਕਿ ਜੰਮਣਾ ਮਰਨਾ ਸਾਰਿਆਂ ਦੇ ਸਿਰ ਉੱਤੇ ਹੈ। ਜਨਮ ਪਾ ਕਰਕੇ ਹੀ ਪੁਰਸ਼ ਭਜਨ ਸਿਮਰਨ ਕਰਕੇ ਸ਼ੁਭ ਗਤੀ ਪਾ ਸਕਦਾ ਹੈ, ਪਰ ਤੁਸਾਂ ਜੰਮਣ ਮਰਨ ਨੂੰ ਨਿੰਦਿਆ ਹੈ। ਇਹ ਤੁਹਾਡੀ ਬਾਣੀ ਵੀ ਅਸੀਂ ਆਪਣੇ ਗ੍ਰੰਥ ਵਿੱਚ ਨਹੀਂ ਲਿਖ ਸਕਦੇ। ਫਿਰ ਗੁਰੂ ਜੀ ਨੇ ਛੱਜੂ ਭਗਤ ਨੂੰ ਕਿਹਾ ਕਿ ਭਗਤ ਜੀ, ਤੁਸੀਂ ਵੀ ਆਪਣਾ ਮਤ, ਜਿਸ ਉੱਤੇ ਤੁਹਾਡਾ ਨਿਸ਼ਚਾ ਹੈ, ਸਾਨੂੰ ਦੱਸੋ। ਛੱਜੂ ਭਗਤ ਦੀ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ, ਤੁਹਾਡਾ ਮਤ ਇਸਤਰੀ ਨੂੰ ਨਿੰਦਦਾ ਹੈ, ਜਿਸ ਤੋਂ ਸਭ ਰਿਖੀਆਂ ਮੁਨੀਆਂ ਅਤੇ ਅਵਤਾਰਾਂ ਦੀ ਉਸਤਤੀ ਹੁੰਦੀ ਹੈ। ਇਹ ਵੀ ਸਾਡੇ ਮਤ ਦੇ ਅਨੁਕੂਲ ਨਹੀਂ ਹੈ। ਇਹ ਮਤ ਵਿੱਚ ਗ੍ਰਹਸਥ ਪ੍ਰਧਾਨ ਹੈ, ਇਸਤਰੀ ਤਿਆਗ ਨਹੀਂ ਹੈ। ਸ਼ਾਹ ਹੁਸੈਨ ਦੀ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ, ਭਗਤ ਜੀ, ਤੁਸਾਂ ਇਹ ਚੰਗਾ ਕਿਹਾ ਹੈ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਰੱਖ ਕੇ ਚੁੱਪ ਰਹੋ, ਸੋ ਤੁਸੀਂ ਵੀ ਸ਼ਾਹ ਹੁਸੈਨ ਜੀ ਚੁੱਪ ਹੀ ਰਹੋ। ਬੋਲਣ ਤੋਂ ਬਿਨਾਂ ਭਗਤੀ ਭਾਵ ਤੇ ਸੇਵਾ ਨਹੀਂ ਹੋ ਸਕਦੀ। ਸਾਡਾ ਮਤ ਭਗਤੀ ਭਾਵ ਅਤੇ ਸੇਵਾ ਦਾ ਹੈ। ਇਹਨਾਂ ਤਿੰਨਾਂ, ਛੱਜੂ, ਪੀਲੂ ਤੇ ਸ਼ਾਹ ਹੁਸੈਨ ਨੇ ਗੁਰੂ ਜੀ ਨੂੰ ਕੋਈ ਮੋੜਵਾਂ ਉੱਤਰ ਨਾ ਦਿੱਤਾ, ਕਿਉਂਕਿ ਪਹਿਲਾਂ ਹੀ ਕਾਨਾ ਭਗਤ ਨੂੰ ਘੋਰ ਸਰਾਪ ਮਿਲਣ ਕਰਕੇ ਬੇਰਸੀ ਹੋ ਗਈ ਸੀ। ਇਸ ਕਰਕੇ ਕੋਈ ਵੱਧ ਘੱਟ ਨਾ ਬੋਲਿਆ ਤੇ ਸਾਰੇ ਉੱਠ ਕੇ ਲਾਹੌਰ ਨੂੰ ਤੁਰ ਪਏ। ਕਾਣਾ ਭਗਤ ਨੇ ਰੱਥ ਉੱਤੇ ਬੈਠ ਕੇ ਪਦਮਾਸਨ ਲਾ ਕੇ ਆਪਣੇ ਸਵਾਸ ਦਸਮ ਦੁਆਰ ਵਿੱਚ ਚੜਾ ਲਏ ਅਤੇ ਵਿਚਾਰਿਆ ਕਿ ਹੁਣ ਗੁਰੂ ਜੀ ਦੇ ਸਰਾਪ ਦਾ ਕੋਈ ਅਸਰ ਨਹੀਂ ਹੋਵੇਗਾ। ਪਰ ਜਦ ਸੰਧਿਆ ਸਮੇਂ ਲਾਹੌਰ ਦੇ ਪਾਸ ਪਹੁੰਚੇ ਤਾਂ ਸੰਧਿਆ ਦਾ ਹਨੇਰਾ ਹੁੰਦਾ ਵੇਖ ਕੇ ਰਥਵਾਹੀ ਨੇ ਰਥ ਤੇਜ਼ ਕਰ ਦਿੱਤਾ। ਇਸ ਦੇ ਨਾਲ ਹੀ ਬਹੁਤ ਸਖਤ ਹਨੇਰੀ ਚੱਲ ਪਈ, ਜਿਸ ਨਾਲ ਬ੍ਰਿਕਸ਼ਾਂ ਜੜ੍ਹਾਂ ਤੋਂ ਉਖੜਨ ਲੱਗੇ। ਹਨੇਰੀ ਦੇ ਘੱਟੇ ਮਿੱਟੀ ਨਾਲ ਸਭ ਦੀਆਂ ਅੱਖਾਂ ਬੰਦ ਹੋ ਗਈਆਂ। ਇਸ ਵਿੱਚ ਰਥ ਦੇ ਬੈਲ ਵੀ ਆਪ ਮੁਹਾਰੇ ਹੋ ਗਏ, ਜਿਸ ਕਰਕੇ ਰਥ ਉਲਟ ਗਿਆ ਤੇ ਕਾਣਾ ਭਗਤ ਧਰਤੀ ਉੱਤੇ ਡਿੱਗ ਕੇ ਬੇਸੁੱਧ ਹੋ ਗਿਆ। ਰਥ ਦਾ ਪਹੀਆ ਉਸ ਦੇ ਸਿਰ ਉੱਤੋਂ ਲੰਘ ਗਿਆ, ਜਿਸ ਨਾਲ ਕਾਨੇ ਦਾ ਸਿਰ ਫਿਸਕ ਜਾਣ ਕਰਕੇ ਉਸ ਦੀ ਤਤਛਿਣ ਹੀ ਮੌਤ ਹੋ ਗਈ। ਉਸ ਦੇ ਸਾਥੀਆਂ ਨੇ ਉਸ ਦੇ ਮ੍ਰਿਤਕ ਸਰੀਰ ਨੂੰ ਲਾਹੌਰ ਲਿਜਾ ਕੇ ਸੰਸਕਾਰ ਕਰ ਦਿੱਤਾ ਤੇ ਸਤਿਗੁਰੂ ਜੀ ਦੇ ਵਾਕਾਂ ਨੂੰ ਅਮੋਘ ਬਾਣ ਨਿਸ਼ਚੇ ਕਰਕੇ ਸਾਹਮਣੇ ਆਪ ਜੀ ਦੀ ਮਹਿਮਾ ਗਾਇਨ ਕੀਤੀ।